ਮਰਜ਼ੀ ਉਹ ਗੱਲਾਂ ਬਾਤਾਂ ਕਰਦੇ ਰਹੇ ਉਹਨਾਂ ਵੀ ਕਿ ਮੈਂ ਬਾਰ-ਬਾਰ ਉਹਨਾਂ ਨੇ ਕਹਿੰਦਾ ਮੈਂ ਚੱਲ ਗਿਆ 3.5 ਸਾਲ ਹੋ ਗਏ ਮੈਂ ਇੱਕ ਗੇੜਾ ਮਾਰ ਕੇ ਜਾ ਹੁਣ। ਉਹ ਇਹ ਬੋਲਦਾ ਵੀ ਮੈਂ ਹੁਣ ਅਗਲੇ ਮਹੀਨੇ ਅਪ੍ਰੈਲ ਦੇ ਲਾਸਟ ਹੀ ਜਾਵਾਂਗਾ ਤੇ 21 ਮਾਰਚ ਨੂੰ ਮੁੜ ਕੇ ਐਕਸੀਡੈਂਟ ਹੋ ਗਿਆ। ਸਾਨੂੰ ਤਾਂ ਵੀਰ ਜੀ ਸ਼ਰਮ ਆਉਂਦੀ ਆ, ਅਸੀਂ ਇਹੋ ਜਿਹੀ ਕੰਟਰੀ ਦੇ ਵਿੱਚ ਇਹੋ ਜਿਹੇ ਦੇਸ਼ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਜੀਂਦੇ ਬੰਦੇ ਦਾ ਤੇ ਕੀ ਆ, ਮਰੇ ਦਾ ਵੀ ਕੋਈ ਮੁੱਲ ਨਹੀਂ। ਅਸੀਂ ਆਪਣੇ ਭਰਾ ਦੀ ਡੈੱਡ ਬੋਡੀ ਵਾਸਤੇ ਸਰਕਾਰਾਂ ਦੇ ਤਰਲੇ ਕੱਢੇ, ਕਈ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਪਹੁੰਚ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ। ਕਰੀਬ 4 ਸਾਲ ਪਹਿਲਾਂ ਘਰ ਦੀ ਗਰੀਬੀ ਦੂਰ ਕਰਨ ਦਾ ਸੁਪਨਾ ਲੈ ਕੇ ਸਾਊਦੀ ਅਰਬ ਗਏ ਅਜਨਾਲਾ ਦੇ ਪਿੰਡ ਅੰਬ ਕੋਟਲੀ ਦੇ 36 ਸਾਲਾ ਨੌਜਵਾਨ ਪਰਮਜੀਤ ਸਿੰਘ ਦੀ 4 ਮਹੀਨੇ ਪਹਿਲਾਂ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ, ਜਿਸ ਦੀ ਮ੍ਰਿਤਕ ਦੇਹ ਬੁੱਧਵਾਰ ਉਸ ਦੇ ਜੱਦੀ ਪਿੰਡ ਲਿਆਂਦੀ ਗਈ, ਜਿੱਥੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੁਆਰਾ ਆਪਣੇ ਬੇਟੇ ਦਾ ਅੰਤਮ ਸੰਸਕਾਰ ਪੂਰੇ ਰੀਤੀ ਰਿਵਾਜਾਂ ਨਾਲ ਕੀਤਾ ਗਿਆ। ਦੱਸ ਦਈਏ ਕਿ ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ ਅਤੇ 2 ਛੋਟੀਆਂ ਬੇਟੀਆਂ ਨੂੰ ਛੱਡ ਗਿਆ ਹੈ। ਇਸ ਸੰਬੰਧ ਵਿੱਚ ਗੱਲ ਕਰਦੇ ਮ੍ਰਿਤਕ ਦੇ ਭਰਾ ਗੁਰਮੀਤ ਸਿੰਘ ਨੇ ਮੌਜੂਦਾ ਸਰਕਾਰਾਂ, ਨੇਤਾਵਾਂ ਅਤੇ ਅਧਿਕਾਰੀਆਂ ਉੱਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਭਰਾ ਦੀ ਲਾਸ਼ ਨੂੰ ਭਾਰਤ ਵਿੱਚ ਜਲਦੀ ਮੰਗਵਾਉਣ ਦੇ ਲਈ ਬਹੁਤ ਸਾਰੇ ਸਰਕਾਰੀ ਦਫ਼ਤਰਾਂ ਤੇ ਨੇਤਾਵਾਂ ਦੇ ਚੱਕਰ ਕੱਟੇ ਅਤੇ ਉਹਨਾਂ ਨੇ ਉਸ ਦੀ ਇੱਕ ਵੀ ਨਹੀਂ ਸੁਣੀ। ਠੀਕ ਹੈ ਜੀ, ਮੇਰੇ ਰਿਲੇਸ਼ਨ ਮੇਰਾ ਉਹ ਵੱਡਾ ਬ੍ਰਦਰ ਸੀਗਾ ਜੀ। ਬੋਡੀ ਵੇਖੋ ਜੀ, ਅੱਜ ਤੋਂ 21 ਮਾਰਚ 2020 ਨੂੰ ਉਹਨਾਂ ਦਾ ਰੋਡ ਐਕਸੀਡੈਂਟ ਹੋਇਆ ਸੀਗਾ ਜੀ। ਕੱਲ੍ਹ 14 ਜੁਲਾਈ ਹੋ ਗਈ ਹੈ ਜੀ ਜਦੋਂ ਲਾਸਟ ਇੱਥੇ ਆ ਡੈੱਡ ਬੋਡੀ ਆਈ ਦਿੱਲੀ ਏਅਰਪੋਰਟ 'ਤੇ ਅਤੇ ਅੱਜ ਅਸੀਂ ਰਿਸੀਵ ਕਰਕੇ ਅਤੇ ਆਪਣੇ ਇੱਥੇ ਜੱਦੀ ਪਿੰਡ ਕੋਟਲੀ ਅੰਬ ਵਿਖੇ ਲਿਆ ਕੇ ਉਹਦਾ ਅੰਤਿਮ ਰਸਮਾਂ ਪੂਰੀਆਂ ਕੀਤੀਆਂ। ਸਾਨੂੰ ਤਾਂ ਵੀਰ ਜੀ ਸ਼ਰਮ ਆਉਂਦੀ ਆ, ਅਸੀਂ ਇਹੋ ਜਿਹੀ ਕੰਟਰੀ ਦੇ ਵਿੱਚ ਇਹੋ ਜਿਹੇ ਦੇਸ਼ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਜੀਂਦੇ ਬੰਦੇ ਦਾ ਤੇ ਕੀ ਆ, ਮਰੇ ਦਾ ਵੀ ਕੋਈ ਮੁੱਲ ਨਹੀਂ। ਅਸੀਂ ਆਪਣੇ ਭਰਾ ਦੀ ਡੈੱਡ ਬੋਡੀ ਵਾਸਤੇ ਸਰਕਾਰਾਂ ਦੇ ਤਰਲੇ ਕੱਢੇ, ਕਈ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਪਹੁੰਚ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ। ਸਾਨੂੰ ਤਾਂ ਸ਼ਰਮ ਆਉਂਦੀ ਹੈ ਇੱਥੇ ਰਹਿਣ ਵਾਲਿਆਂ ਨੂੰ ਵੀ। ਅੱਜ ਕੋਈ ਨਹੀਂ ਜੋ ਪਹੁੰਚਿਆ, ਨਾ ਕੋਈ ਪ੍ਰਸ਼ਾਸਨਿਕ ਦਾ ਅਧਿਕਾਰੀ ਪਹੁੰਚਿਆ, ਨਾ ਕੋਈ ਸਰਕਾਰੀ ਕੋਈ ਕੁਛ ਨਹੀਂ ਪਹੁੰਚਿਆ ਜੀ, ਨਾ ਕੋਈ ਲੀਡਰ ਪਹੁੰਚਿਆ, ਕੋਈ ਕੁਛ। ਲਾਸਟ ਜਿੱਦਣ ਐਕਸੀਡੈਂਟ ਹੋਇਆ ਵਾ 21 ਮਾਰਚ 2020 ਨੂੰ, ਉਹ ਤੋਂ ਕੁਛ ਘੰਟੇ ਪਹਿਲਾਂ ਗੱਲ ਹੋਈ ਆ ਜੀ। ਵਿਦੇਸ਼ਾਂ 'ਚ ਵੇਖੋ ਵੀਰ ਜੀ, ਪੜ੍ਹ ਲਿਖ ਕੇ ਅਸੀਂ ਇੱਥੇ ਬੇਰੁਜ਼ਗਾਰ ਹਾਂ ਜੀ, ਕੋਈ ਰੁਜ਼ਗਾਰ ਨਹੀਂ ਆ। ਜੇ ਇੱਥੇ ਰੁਜ਼ਗਾਰ ਹੋਵੇ ਕਿਉਂ ਵਿਦੇਸ਼ਾਂ 'ਚ ਜਾਈਏ। ਨੇ ਕੁਛ ਵੀ ਨਹੀਂ ਕਿਸੇ ਦਾ ਸਵਾਰਿਆ ਅੱਜ ਤੱਕ, ਸਭ ਵੋਟਾਂ ਦੇ ਹੀ ਯਾਰ ਨੇ। ਜਿੱਦਣ ਵੋਟਾਂ ਆਉਂਦੀਆਂ ਨੇ ਉਦਣ 5-10 ਦਿਨ ਸਾਡੇ ਉਹ ਸੱਜਣ ਮਿੱਤਰ ਨੇ, ਬਾਅਦ ਦੇ ਵਿੱਚ ਤੁਸੀਂ ਕੌਣ ਅਤੇ ਅਸੀਂ ਕੌਣ ਜੀ। ਕੋਈ ਅਧਿਕਾਰੀ ਨਹੀਂ ਜੋ, ਕੋਈ ਸਾਰ ਨਹੀਂ ਲਈ, ਨਾ ਕੋਈ ਮਤਲਬ ਵੀ ਬਾਹਰ ਦੇ ਜਿਹੜੇ ਆ ਉਹ ਨੇ ਉਬਰਾਏ ਸਾਹਿਬ, ਹੋਰ ਸਭ ਮਤਲਬ ਵੀ ਭਗਵੰਤ ਮਾਨ, ਕੋਈ ਕੁਛ ਨਹੀਂ। ਜੋ ਲੋਕ ਕਹਿ ਦਿੰਦੇ ਆ ਵੀ ਇੰਨੀਆਂ ਉਹਨਾਂ ਡੈੱਡ ਬੋਡੀਆਂ ਲੈਣ ਦੀਆਂ, ਫਲਾਣੇ ਬੰਦੇ ਨੇ ਇੰਨੀਆਂ ਮੰਗਵਾਈਆਂ, ਸਾਡੇ ਵਾਸਤੇ ਸਭ ਜ਼ੀਰੋ ਆ ਜੀ। ਇਹ 4 ਮਹੀਨੇ ਲੰਘ ਗਏ ਭਾਜੀ, 4 ਮਹੀਨੇ ਅਸੀਂ ਦਿਨ ਰਾਤ ਭੱਜ ਦੌੜ ਕਰਕੇ, ਚਲੋ ਅੰਬੈਸੀ ਵਾਲਿਆਂ ਦਾ ਪ੍ਰਮਾਤਮਾ ਨੇ ਸਾਡੀ ਸੁਣੀ ਅਤੇ ਉਹਨਾਂ ਨੇ ਉੱਧਰ ਦੀ ਅੰਬੈਸੀ ਵਾਲਿਆਂ ਨੇ ਸਾਡੀ ਹੈਲਪ ਕੀਤੀ ਅਤੇ ਡੈੱਡ ਬੋਡੀ ਜਿਹੜੀ ਇੰਡੀਆ ਭੇਜੀ ਹੈ। ਇਸ ਸੰਬੰਧ ਵਿੱਚ ਮ੍ਰਿਤਕ ਦੇ ਪਿਤਾ ਨਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਬੇਟੇ ਦੀ ਲਾਸ਼ ਨੂੰ ਮੰਗਵਾਉਣ ਦੇ ਲਈ ਸਭ ਨੂੰ ਅਪੀਲ ਕੀਤੀ ਪਰ ਕਿਸੇ ਨੇ ਵੀ ਉਹਨਾਂ ਦੀ ਸੁਣਵਾਈ ਨਹੀਂ ਕੀਤੀ। ਉਹਨਾਂ ਦੱਸਿਆ ਕਿ ਉਹਨਾਂ ਦੀ ਆਪਣੇ ਬੇਟੇ ਨਾਲ 20 ਮਾਰਚ ਨੂੰ ਗੱਲ ਹੋਈ ਸੀ ਅਤੇ ਉਸ ਦੇ ਬੇਟੇ ਨੇ ਕਿਹਾ ਸੀ ਕਿ ਉਹ ਅਗਲੇ ਮਹੀਨੇ ਆਪਣੇ ਪਿੰਡ ਪਰਤੇਗਾ, ਪਰ ਅਚਾਨਕ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਨੇ ਇਹ ਵੀ ਕਿਹਾ ਕਿ ਉਹ ਸਰਕਾਰਾਂ ਤੋਂ ਮੰਗ ਕਰਦੇ ਹਨ ਕਿ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਅਤੇ ਜੋ ਛੋਟੀਆਂ ਬੱਚੀਆਂ ਹਨ ਉਹਨਾਂ ਦਾ ਕੁਝ ਸੋਚਿਆ ਜਾਵੇ। ਐਕਸੀਡੈਂਟ ਜੀ ਹੋਇਆ ਵਾ 21 ਮਾਰਚ ਨੂੰ ਹੋਇਆ ਅਤੇ ਅੱਜ 15 ਜੁਲਾਈ ਨੂੰ ਡੈੱਡ ਬੋਡੀ ਆਈ ਹੈ ਅਤੇ ਉਹਦਾ ਸੰਸਕਾਰ ਹੋਇਆ। ਜੀ ਕਿਸੇ ਦੀ ਨਾ ਸਰਕਾਰ ਦੀ ਨਾ ਕਿਸੇ ਸੰਸਥਾ ਦੀ ਸਹਾਇਤਾ ਕੋਈ ਮਿਲੀ ਹੈ। ਤੁਸੀਂ ਅਪੀਲ ਕੀਤੀ ਸੀ ਸਰਕਾਰ ਨੂੰ ਅਪੀਲ ਕੀਤੀ, ਕੋਈ ਕਿਸੇ ਸਹਾਇਤਾ ਨਹੀਂ ਕੀਤੀ। ਲਾਸਟ ਹੋਈ ਹੈ ਜੀ 20 ਮਾਰਚ ਨੂੰ। ਹਾਂਜੀ, 20 ਮਾਰਚ ਨੂੰ ਗੱਲਾਂ ਬਾਤਾਂ ਕਰਦੇ ਰਹੇ ਉਹਨਾਂ ਵੀ ਮੁੜ ਕੇ ਮੈਂ ਬਾਰ-ਬਾਰ ਉਹਨਾਂ ਨੇ ਕਹਿੰਦਾ ਮੈਂ ਚੱਲ ਗਿਆ 3.5 ਸਾਲ ਹੋ ਗਏ ਮੈਂ ਇੱਕ ਗੇੜਾ ਮਾਰ ਕੇ ਜਾ ਹੁਣ। ਉਹ ਇਹ ਬੋਲਦਾ ਵੀ ਮੈਂ ਹੁਣ ਅਗਲੇ ਮਹੀਨੇ ਅਪ੍ਰੈਲ ਦੇ ਲਾਸਟ ਹੀ ਜਾਵਾਂਗਾ ਅਤੇ 21 ਮਾਰਚ ਨੂੰ ਮੁੜ ਕੇ ਐਕਸੀਡੈਂਟ ਹੋ ਗਿਆ। ਉਹ ਤੋਂ ਪਹਿਲਾਂ ਵੀ ਇੱਥੇ ਮੈਂ ਤਾਂ ਨਹੀਂ ਘਰ 'ਤੇ ਘਰ 'ਚ ਗੱਲ ਉਹਨੇ ਕੀਤੀ, ਪੁੱਛਿਆ ਰਾਜੀ ਬਾਜੀ
ਪਰਿਵਾਰ ਦਾ ਵੀ ਠੀਕ ਠਾਕ ਆ ਅਤੇ ਠੀਕ ਠਾਕ ਮੁੜ ਕੇ ਮੈਂ ਸ਼ਾਮ ਨੂੰ ਕਰਾਂਗਾ ਅਤੇ ਸ਼ਾਮ ਪਈ ਨਹੀਂ ਅਤੇ ਐਕਸੀਡੈਂਟ ਹੋ ਗਿਆ। ਆਮਦਨ ਜੀ ਇਹੋ ਹੀ ਆ, ਕੋਈ ਜ਼ਿਮੀਂਦਾਰ ਥੋੜ੍ਹਾ ਬਹੁਤ ਸਰਕਲ ਆ, ਹੋਰ ਕੀ ਆ, ਜ਼ਿਮੀਂਦਾਰ ਸਰਕਲ ਵਿੱਚ ਨਾਲ ਹੀ ਆ, ਉਹ ਏਰੀਆ ਕਾਹਦਾ ਵਾ, ਹੋਰ ਕੋਈ ਏਰੀਆ ਨਹੀਂ। ਸਰਕਾਰ ਤਾਂ ਮੰਗ ਕਰਨਾ ਚਾਹੁੰਦੇ ਆ, ਕੋਈ ਨਾ ਕੋਈ ਸਾਡੀ ਸਹਾਇਤਾ ਹੋਣੀ ਚਾਹੀਦੀ ਆ। ਅਤੇ ਛੋਟੇ ਛੋਟੇ ਬੱਚੇ ਨੇ ਉਹਦੇ, 2 ਲੜਕੀਆਂ ਨੇ, ਅਤੇ ਚਲੋ ਕੋਈ ਨਾ ਸਰਕਾਰ ਸਹਾਇਤਾ ਕਰੇ ਤਾਂ ਚਲੋ ਕੋਈ ਨਾ ਕੋਈ ਥੋੜ੍ਹਾ ਬਹੁਤ ਪਾਲਣ ਪੋਸ਼ਣ ਹੋ ਸਕਦਾ। ਬੱਚਿਆਂ ਪੜ੍ਹਾਈ ਦਾ ਖਰਚੇ ਕਰਨੇ ਨੇ, ਕਈ ਕਦੋਂ ਹੋਣੇ ਨੇ। ਅਜਨਾਲਾ ਤੋਂ ਜਗਜੀਤ ਜੱਗਾ ਦੀ ਰਿਪੋਰਟ, ਪਾਵਰ ਆਫ ਵਰਡਸ ਏਵਨ ਪੰਜਾਬੀ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ तो बेझिझक होकर इसको इस्तेमाल करो। सिर्फ 2.5-3 महीने ये 125 बीमारियां तक का इलाज कर सकता है। फी रिलीफ हमेशा याद रखो। बस कुछ दिनों तो मैनू बालों की बड़ी समस्या सी, मेरे बाल झड़ने शुरू हो गए सी। मैनू मेरे दोस्त ने ऑयल फी रिलीफ वाले दसिया, मैं ये तेल 3 महीने लाना अपने सिर ते अप्लाई किया। ये बिल्कुल आयुर्वैदिक तेल है, इसका कोई साइड इफेक्ट नहीं है। तो मेरे बाल जेडे गंजपन पैना शुरू हो गया सी, वो दोबारा आने लग गए। तो मैनू तो बड़ा फायदा दिता इसने। जे तुहानू भी किसी इस तरह की प्रॉब्लम का तुसीं सामना कर रहे हो तो ये तेल लाना ना भुल्लो। कितना कितनी असीं अपने बालां करके शर्म फील करते हैं कि सोसाइटी बैठे हैं कि कोई मजाक ना कर रहा है, पर थैंक्स टू फ्री रिलीफ जिन्हें मेरा एक कॉन्फिडेंस बिल्ड किया, जिहदे लगान नाल मैं मार्केट 'ਚ बड़ा ही कॉन्फिडेंट हाँ। और इहदे नाल मैनूं बड़ा फायदा होया। तो मैनूं सर्वाइकल की भी दिक्कत सी, तो ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ। ਕੀ ਤੁਹਾਡਾ ਵਿਦੇਸ਼ ਵਿੱਚ ਘੁੰਮਣ ਦਾ ਹੈ ਸੁਪਨਾ? ਕੀ ਤੁਸੀਂ ਵਿਦੇਸ਼ ਵਿੱਚ ਪੜ੍ਹਨਾ ਚਾਹੁੰਦੇ ਹੋ ਜਾਂ ਫਿਰ ਵਿਦੇਸ਼ ਜਾ ਕੇ ਵਸਣ ਦਾ ਹੈ ਇਰਾਦਾ, ਜਾਂ ਰਿਫਿਊਜ਼ਲ ਦਾ ਕਰ ਰਹੇ ਹੋ ਸਾਹਮਣਾ? ਤਾਂ ਇੱਕ ਹੀ ਭਰੋਸੇਯੋਗ ਨਾਮ ਹੈ SE ਇੰਟਰਨੈਸ਼ਨਲ ਇਮੀਗ੍ਰੇਸ਼ਨ ਕੰਸਲਟੈਂਟ ਪ੍ਰਾਈਵੇਟ ਲਿਮਟਿਡ। ਟੂਰਿਸਟ ਵੀਜ਼ਾ, ਸਟੱਡੀ ਵੀਜ਼ਾ, PR ਅਤੇ ਹਰ ਤਰ੍ਹਾਂ ਦੇ ਵੀਜ਼ੇ ਦਾ ਮਾਮਲਾ ਕੈਨੇਡਾ, USA, ਆਸਟ੍ਰੇਲੀਆ, UK ਅਤੇ ਨਿਊਜ਼ੀਲੈਂਡ। ਤਾਂ ਤੁਹਾਡਾ ਰਾਹਗੀਰ ਬਣੇਗਾ SE ਇੰਟਰਨੈਸ਼ਨਲ ਇਮੀਗ੍ਰੇਸ਼ਨ ਕੰਸਲਟੈਂਟ ਪ੍ਰਾਈਵੇਟ ਲਿਮਟਿਡ। ਸੰਪਰਕ ਕਰੋ 73407 37362, 73407 37369।